ਦਿੱਲੀ 'ਚ ਹੋਏ ਦੰਗਿਆਂ ਤੋਂ ਪਹਿਲਾਂ ਭੜਕਾਊ ਵੀਡੀਓ ਪਾਉਣ ਵਾਲੀ ਰਾਗਿਣੀ ਤਿਵਾਰੀ ਇੱਕ ਵਾਰ ਫਿਰ ਕਿਸਾਨ ਅੰਦੋਲਨ ਨੂੰ ਲੈ ਕੇ ਸਰਗਰਮ ਹੈ ਅਤੇ ਉਸ ਵੱਲੋਂ ਪਾਈ ਇੱਕ ਵਿਵਾਦਤ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਘੁੰਮ ਰਹੀ ਹੈ। ਇਸ ਵੀਡੀਓ ਵਿੱਚ ਰਾਗਿਣੀ ਤਿਵਾਰੀ ਦੱਸੀ ਜਾ ਰਹੀ ਹੈ ਔਰਤ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੇ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਚੇਤਾਵਨੀ ਦੇ ਰਹੀ ਹੈ। ਉਹ ਕਹਿ ਰਹੀ ਹੈ ਕਿ ਜੇਕਰ 16 ਦਸੰਬਰ ਤੱਕ ਸਰਕਾਰ ਕਿਸਾਨ ਅੰਦੋਲਨ ਨੂੰ ਹਟਾਉਂਦੀ ਨਹੀਂ ਤਾਂ 17 ਨੂੰ ਫਿਰ ਜਾਫਰਾਬਾਦ ਬਣੇਗਾ। ਉਸ ਦੀ ਇਸ ਵੀਡੀਓ ਸਾਂਝੀ ਕਰਨ ਤੋਂ ਬਾਅਦ ਵੱਡੇ ਸਵਾਲ ਉੱਠ ਖੜੇ ਹੋਏ ਹਨ ਕਿ ਉਹ ਕਿਸ ਤਰ੍ਹਾਂ ਲੋਕਾਂ ਨੂੰ ਭੜਕਾ ਰਹੀ ਹੈ, ਕਿਹੋ ਜਿਹੀ ਬਿਆਨਬਾਜ਼ੀ ਕਰ ਰਹੀ ਹੈ। ਇਸ ਵੀਡੀਓ ਵਿੱਚ ਰਾਗਿਣੀ ਤਿਵਾਰੀ ਦੱਸੀ ਜਾ ਰਹੀ ਇਹ ਔਰਤ ਕਹਿ ਰਹੀ ਹੈ ਕਿ ਮੈਨੂੰ ਲੋਕ ਜਾਨਕੀ ਤਿਵਾਰੀ ਕਹਿੰਦੇ ਹਨ। ਕਿਸਾਨ ਅੰਦੋਲਨ ਜੋ ਦਿੱਲੀ 'ਚ ਹੋ ਰਿਹਾ ਹੈ, ਕਿਸਾਨ ਅੰਦੋਲਨ ਦੀ ਆੜ ਵਿੱਚ ਸ਼ਰਜੀਲ ਇਮਾਮ ਅਤੇ ਉਮਰ ਖਾਲਿਦ ਵਰਗੇ ਦੇਸ਼ ਦਰੋਹੀਆਂ ਅਤੇ ਗੱਦਾਰਾਂ ਦੀ ਰਿਹਾਈ ਦੀ ਜੋ ਸਾਜ਼ਿਸ਼ ਚੱਲ ਰਹੀ ਹੈ ਅਤੇ ਗੱਦਾਰਾਂ ਦਾ ਜੋ ਸਾਥ ਦਿੱਤਾ ਜਾ ਰਿਹਾ ਹੈ, ਕਿਸਾਨ ਅੰਦੋਲਨ ਵਿੱਚ ਅਸੀਂ ਗਾਂਧੀ ਦੇ ਬਾਂਦਰ ਨਹੀਂ ਬਣ ਸਕਦੇ, ਅੱਖਾਂ ਬੰਦ ਕਰਕੇ ਨਹੀਂ ਦੇਖ ਸਕਦੇ ਅਜਿਹੀ ਸਾਜ਼ਿਸ਼ ਨੂੰ। ਮੈਨੂੰ ਨਹੀਂ ਮਤਲਬ ਹੈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਤੋਂ। ਹਾਲ ਹੀ 'ਚ ਛਠ ਪੂਜਾ 'ਚ ਕਰੋਨਾ ਹੋ ਰਿਹਾ ਸੀ। ਛਠ ਪੂਜਾ ਸਾਡੀ ਰੋਕ ਦਿੱਤੀ ਗਈ ਅਤੇ ਕਿਸਾਨ ਅੰਦੋਲਨ ਵਿੱਚ ਕਰੋਨਾ ਨਹੀਂ ਹੋ ਰਿਹਾ। ਮੈਂ ਗਾਂਧੀ ਦੀ ਬਾਂਦਰ ਮਹਿਲਾ ਨਹੀਂ ਹਾਂ। 16 ਤਾਰੀਖ ਤੱਕ ਜੇਕਰ ਸਰਕਾਰ ਕਿਸਾਨ ਅੰਦੋਲਨ ਨੂੰ ਹਟਾਉਂਦੀ ਨਹੀਂ, ਕਿਸਾਨ ਅੰਦੋਲਨ ਨਾਲ ਨਿਪਟਦੀ ਨਹੀਂ ਤਾਂ 17 ਦਸੰਬਰ ਨੂੰ ਫਿਰ ਜਾਫਰਾਬਾਦ ਦੁਹਰਾਇਆ ਜਾਵੇਗਾ ਅਤੇ ਰਾਗਿਣੀ ਤਿਵਾਰੀ ਫਿਰ ਰੋਡ ਖਾਲੀ ਕਰਵਾਏਗੀ ਅਤੇ ਅੰਦੋਲਨ ਬੰਦ ਕਰਵਾਏਗੀ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੀ ਹੋਵੇਗੀ। ਇਸ ਦੇ ਨਾਲ ਹੀ ਰਾਗਿਣੀ ਤਿਵਾਰੀ ਅੱਗੇ ਕਹਿ ਰਹੀ ਹੈ ਕਿ ਹੇ ਭਾਰਤ ਦੇ ਰਾਸ਼ਟਰਵਾਦੀਓ, ਇਸ ਰਾਜਨੀਤੀ ਨੂੰ ਸਮਝੋ। ਹਾਂ, ਪ੍ਰਦਰਸ਼ਨ ਕਰਕੇ ਆਪਣਾ ਅਧਿਕਾਰ ਮੰਗਣ ਦਾ ਸਭ ਨੂੰ ਹੱਕ ਹੈ, ਪਰ ਉਸ ਆੜ ਵਿੱਚ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਵਰਗੇ ਗੱਦਾਰਾਂ ਨੂੰ ਛਡਾਉਣ ਦੀ ਗੱਲ, ਖਾਲਿਸਤਾਨ ਬਣਾਉਣ ਦੀ ਮੰਗ ਕਰਨਾ ਅਤੇ ਨਿਧਰਮੀਓ ਤੁਸੀਂ ਜਾਣਦੇ ਹੋ ਤੁਹਾਡੀ ਸਾਜ਼ਿਸ਼ ਨੂੰ ਮੈਂ ਨਹੀਂ ਸਮਝ ਰਹੀ ਹਾਂ। ਰੋਚੀ ਭੈਣ, ਦਿਵਿਆ ਭੈਣ, ਅੰਜਲੀ ਭੈਣ ਸਮੇਤ ਜਾਨਕੀ ਧਾਮ ਦੀ ਮੈਂ ਸਾਰੀਆਂ ਭੈਣਾਂ ਨੂੰ ਕਹਿ ਰਹੀ ਹਾਂ ਕਿ 17 ਤਾਰੀਖ ਨੂੰ ਤਿਆਰੀ ਕਰੋ। ਜੇਕਰ ਕਿਸਾਨ ਅੰਦੋਲਨ ਤੋਂ ਸਰਕਾਰ ਮੁਕਤ ਨਹੀਂ ਕਰਾਉਂਦੀ ਦਿੱਲੀ ਨੂੰ ਤਾਂ ਫਿਰ ਤੋਂ ਜਾਫਰਾਬਾਦ ਰਾਗਿਣੀ ਤਿਵਾਰੀ ਬਣਾਵੇਗੀ ਅਤੇ ਜੋ ਹੋਵੇਗਾ ਉਸ ਦੀ ਜ਼ਿੰਮੇਵਾਰ ਕੇਂਦਰ ਅਤੇ ਸੂਬਾ ਸਰਕਾਰ ਹੋਵੇਗੀ, ਦਿੱਲੀ ਪੁਲਿਸ ਹੋਵੇਗੀ। ਜੈ ਸ਼੍ਰੀ ਰਾਮ। ਰਾਗਿਣੀ ਤਿਵਾਰੀ ਕੌਣ ਹੈ? ਇਸ ਤੋਂ ਬਾਅਦ ਇਹ ਸਵਾਲ ਉੱਠ ਖੜਾ ਹੁੰਦਾ ਹੈ। ਖੁਦ ਨੂੰ ਹਿੰਦੂਤਵ ਆਗੂ ਦੱਸਣ ਵਾਲੀ ਰਾਗਿਣੀ ਤਿਵਾਰੀ ਉਰਫ ਜਾਨਕੀ ਤਿਵਾਰੀ ਬਿਹਾਰ ਦੇ ਮੁਜ਼ੱਫਰਨਗਰ ਦੀ ਰਹਿਣ ਵਾਲੀ ਹੈ। ਜਿਵੇਂ ਕਿ ਉਸਦੇ ਫੇਸਬੁੱਕ ਦਾ ਸਕਰੀਨਸ਼ਾਟ ਸ਼ੇਅਰ ਹੋ ਰਿਹਾ ਹੈ। ਹਾਲਾਂਕਿ ਉਸਦਾ ਫੇਸਬੁੱਕ ਅਕਾਊਂਟ ਸਰਚ ਕਰੀਏ ਤਾਂ 2-3 ਪੋਸਟ ਦੇ ਸਿਵਾਏ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ। ਉਸਦਾ ਦਾਅਵਾ ਹੈ ਕਿ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਨਹੀਂ ਜੁੜੀ ਹੋਈ, ਪਰ ਰਿਪੋਰਟ ਦੇ ਮੁਤਾਬਕ ਉਹ ਖੁਦ ਦਾਅਵਾ ਕਰਦੀ ਹੈ ਕਿ ਉਹਨਾਂ ਨੇ ਦਿੱਲੀ ਵਿਧਾਨ ਸਭਾ 'ਚ ਬੀਜੇਪੀ ਉਮੀਦਵਾਰ ਅਭੈ ਵਰਮਾ ਦੇ ਲਈ ਕੰਪੇਨਿੰਗ ਕੀਤੀ ਸੀ। ਉਹ ਪੀਐਮ ਮੋਦੀ ਨੂੰ ਪਸੰਦ ਕਰਦੀ ਹੈ। ਤਾਂ ਇੱਥੇ ਦੂਜਾ ਸਵਾਲ ਉੱਠਦਾ ਹੈ ਜਾਫਰਾਬਾਦ, ਜਿਸ ਦਾ ਉਹ ਜ਼ਿਕਰ ਕਰ ਰਹੀ ਹੈ। ਅਸਲ ਵਿੱਚ ਨਾਗਰਿਕਤਾ ਸੋਧ ਕਾਨੂੰਨ CAA ਦੇ ਵਿਰੋਧ ਵਿੱਚ 22 ਫਰਵਰੀ ਨੂੰ ਜਾਫਰਾਬਾਦ ਮੈਟਰੋ ਸਟੇਸ਼ਨ ਦੇ ਨੇੜੇ ਲੋਕ ਜਮ੍ਹਾਂ ਹੋਏ ਸਨ। ਇਸ ਤੋਂ ਬਾਅਦ ਹੀ ਦੰਗਾ ਹੋਇਆ ਸੀ ਜਿਸ ਵਿੱਚ ਕਈ ਲੋਕ ਮਾਰੇ ਗਏ ਸਨ ਅਤੇ ਹੁਣ ਰਾਗਿਣੀ ਦਾ ਕਹਿਣਾ ਹੈ ਕਿ ਜਿਵੇਂ ਉੱਥੇ ਸਥਿਤੀ ਹੋਈ ਸੀ ਉਹੀ ਸਥਿਤੀ ਉਹ ਕਿਸਾਨ ਅੰਦੋਲਨ 'ਚ ਕਰੇਗੀ ਜੇਕਰ ਅੰਦੋਲਨ 16 ਦਸੰਬਰ तक खत्म नहीं होया। राम में जनक की धरती की बेटी रागिणी तिवारी, लोग मुझे जानकी बहन कहते हैं। किसान आंदोलन दिल्ली में जो हो रहा है और किसान आंदोलन के आड़ में शरजील इमाम और उमर खालिद जैसे देशद्रोहियों गद्दारों की रिहाई की जो साजिश चल रही है और गद्दारों का जो साथ दिया जा रहा है किसान आंदोलन में, हम गांधी के बंदर नहीं बन सकते, आंख बंद करके नहीं देख सकते ऐसे साजिश को। सरकार, मुझे नहीं मतलब है केंद्र सरकार और राज्य सरकार से। अभी छठ पूजा में कोरोना हो रही थी, छठ पूजा हमारी रोक दी गई और किसान आंदोलन में कोरोना नहीं हो रही है। मैं गांधी की बंदर महिला नहीं हूं। 16 तारीख तक सरकार अगर किसान आंदोलन से को हटाती नहीं है और किसान आंदोलन से निपटती नहीं है तो 17 को फिर जाफराबाद बनेगा और रागिणी तिवारी फिर रोड खाली कराएगी और आंदोलन बंद कराएगी। इसकी पूरी जिम्मेदारी केंद्र सरकार और राज्य सरकार की होगी। इसमें हम बंदर बन के नहीं देख सकते। हे भारत के राष्ट्रवादियों, इस राजनीति को समझिए। हाँ, प्रदर्शन करके अपना अधिकार मांगने का सबको हक है, पर उस आड़ में उमर खालिद और शरजील जैसे गद्दारों को छोड़ाने की बात, खालिस्तान बनाने की मांग करना,
अरे विधर्मियों, तुम जानते हो तुम्हारी साजिश को मैं नहीं समझ रही हूं। रुचि बहन, जानवी, दिव्या बहन, अंजलि बहन समेत जानकी धाम की सारी बहनों को मैं कह रही हूं जो 17 तारीख को तैयारी करिए। अगर किसान आंदोलन से सरकार मुक्त नहीं कराती है किसानों से दिल्ली को, तो फिर से जाफराबाद रागनी तिवारी बनाएगी और जो होगा उसकी जिम्मेदार केंद्र और राज्य सरकार होगी, दिल्ली पुलिस होगी। जय श्री राम। है भारत के राष्ट्रवादियों, 17 को रागनी तिवारी का साथ दीजिए, हम तो निपट ही लेंगे किसान आंदोलन से, मैं खाली करा ही दूंगी। जय जनक जननी जानकी, जय जगत जननी जानकी, जय पुनौरा धाम, जय श्री राम, वंदे मातरम। किसान आंदोलन के आड़ में जो साजिश हो रही है उसके लिए 17-16 तारीख तक नहीं अगर हटी तो 17 को रागनी तिवारी खाली कराएगी। जय श्री राम। ਪਹਿਲਾਂ ਵੀ ਦਿੱਤਾ ਭੜਕਾਊ ਬਿਆਨ ਰਾਗਣੀ ਨੇ ਸੀਏਏ ਐਨਆਰਸੀ ਦੇ ਪ੍ਰਦਰਸ਼ਨ ਦੇ ਦੌਰਾਨ ਅਜਿਹਾ ਹੀ ਭੜਕਾਊ ਵੀਡੀਓ ਬਣਾਇਆ ਸੀ। 23 ਫਰਵਰੀ ਨੂੰ ਮੌਜਪੁਰ ਤੋਂ ਇੱਕ ਫੇਸਬੁੱਕ ਲਾਈਵ ਕੀਤਾ ਸੀ। ਇਸ ਵਿੱਚ ਉਸਨੇ ਕਿਹਾ ਸੀ ਕਿ ਦਿੱਲੀ ਪੁਲਿਸ ਲੱਠ ਵਜਾਓ, ਅਸੀਂ ਤੁਹਾਡੇ ਨਾਲ ਹਾਂ, ਅਤੇ ਮੋٹے-ਮੋٹے ਲੱਠ ਵਜਾਓ, ਅਸੀਂ ਤੁਹਾਡੇ ਨਾਲ ਹਾਂ, ਜ਼ਰੂਰਤ ਪਈ ਤਾਂ ਸਾਨੂੰ ਬੁਲਾਓ, ਅਸੀਂ ਤੁਹਾਡੇ ਨਾਲ ਹਾਂ, ਕੱਟ ਦਿਓ ਜੋ ਵੀ ਹੈ ਕੱਟ ਦਿਓ। ਬੇਨਤੀ ਹੈ ਕਿ ਬਹੁਤ ਹੋਇਆ ਸਨਾਤਨ ਤੇ ਵਾਰ, ਹੁਣ ਨਹੀਂ ਸਾਂਗੇ ਵਾਰ। ਆਰ ਪਾਰ ਦੀ ਲੜਾਈ ਸਾਰੇ ਸਨਾਤਨੀਓ ਬਾਹਰ ਆਓ, ਮਰੋ ਜਾਂ ਮਾਰ ਡਾਲੋ, ਬਾਅਦ ਚ ਮੈਂ ਦੇਖਾਂਗੀ ਬਹੁਤ ਹੋਇਆ, ਹੁਣ ਜਿਸ ਦਾ ਖੂਨ ਨਾ ਖੌਲਿਆ ਖੂਨ ਨਹੀਂ ਉਹ ਪਾਣੀ ਹੈ। ਇਹੋ ਜਿਹੇ ਭੜਕਾਊ ਬਿਆਨ ਉਸਨੇ ਦਿੱਲੀ ਦੰਗਿਆਂ ਤੋਂ ਪਹਿਲਾਂ ਪਾਏ ਸਨ, ਪਰ ਉਸ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਇਹ ਵੀ ਇੱਕ ਵੱਡਾ ਸਵਾਲ ਹੈ। ਇਹਨਾਂ ਸਭ ਗੱਲਾਂ ਦੇ ਸਾਹਮਣੇ ਆਉਣ ਦੇ ਬਾਅਦ ਜਦੋਂ ਲੋਕ ਟਵਿੱਟਰ ਤੇ ਦਿੱਲੀ ਪੁਲਿਸ ਨੂੰ ਟੈਗ ਕਰ ਰਾਗਨੀ ਤਿਵਾਰੀ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਨੇ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਰਾਗਨੀ ਤਿਵਾਰੀ ਖੁਦ ਫੇਸਬੁੱਕ ਲਾਈਵ ਦੇ ਜ਼ਰੀਏ ਦਿੱਲੀ ਦੰਗਿਆਂ ਦੌਰਾਨ ਅਜਿਹੇ ਭੜਕਾਊ ਬਿਆਨ ਕਰਨ ਦੀ ਗੱਲ ਕਹਿ ਰਹੀ ਸੀ ਤਾਂ ਉਸ ਤੋਂ ਪੁੱਛਗਿੱਛ ਕਿਉਂ ਨਹੀਂ ਹੋਈ ਅਤੇ ਇਹਨਾਂ ਦੰਗਿਆਂ 'ਚ ਮੁਲਜ਼ਮ ਕਿਉਂ ਨਹੀਂ ਬਣਾਇਆ ਗਿਆ। ਹਾਲਾਂਕਿ ਉਧਰ ਉੱਤਰ ਪੂਰਬੀ ਦਿੱਲੀ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਨੇ ਟਵਿੱਟਰ ਤੇ ਜਾਫਰਾਬਾਦ ਪੁਲਿਸ ਸਟੇਸ਼ਨ ਐਸਐਚਓ ਨੂੰ आवश्यक ਕਾਰਵਾਈ ਕਰਨ ਦੇ ਹੁਕਮ ਦਿੱਤੇ ਨੇ। ਪਰ ਇਸ ਦਰਮਿਆਨ ਵੱਡੇ ਸਵਾਲ ਇਹ ਵੀ ਖੜੇ ਹੁੰਦੇ ਨੇ ਕਿ ਹਾਲੇ ਤੱਕ ਪੁਲਿਸ ਨੇ ਇਸ ਤੇ ਕਾਰਵਾਈ ਕਿਉਂ ਨਹੀਂ ਕੀਤੀ। ਇਸ ਦੀਆਂ ਪਹਿਲਾਂ ਵੀ ਪੋਸਟਾਂ ਵਾਇਰਲ ਹੋਈਆਂ ਜਦੋਂ ਦਿੱਲੀ ਦੰਗੇ ਹੋਏ, ਉਸ ਦੌਰਾਨ ਵੀ ਪੁਲਿਸ ਵੱਲੋਂ ਹਾਲਾਂਕਿ ਧੜੱਲੇ ਨਾਲ ਇੱਕ ਖਾਸ ਧਰਮ ਦੇ ਲੋਕਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ, ਲਗਾਤਾਰ ਸਖਤ ਧਾਰਾਵਾਂ ਲਾਈਆਂ ਗਈਆਂ। ਪਰ ਅਜਿਹੇ ਲੋਕ ਜੋ ਸ਼ਰੇਆਮ ਇਹ ਕਹਿੰਦੇ ਸਨ ਕਿ ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਸਾਲੋਂ ਕੋ, ਅਤੇ ਅਜਿਹੇ ਲੋਕ ਜੋ ਦੰਗਿਆਂ ਨੂੰ ਇਸ ਤਰ੍ਹਾਂ ਸ਼ਰੇਆਮ ਭੜਕਾਉਂਦੇ ਨਜ਼ਰ ਆ ਰਹੇ ਨੇ, ਉਹਨਾਂ ਖਿਲਾਫ ਕਾਰਵਾਈ ਕਿਉਂ ਨਹੀਂ? ਕਿ ਉਹਨਾਂ ਨੂੰ ਰਾਜਨੀਤਿਕ ਸੰਰਖਣ ਪ੍ਰਾਪਤ ਹੈ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਉਹ ਵਾਰ-ਵਾਰ ਕਰਕੇ ਬਚ ਜਾਂਦੇ ਹਨ ਅਤੇ ਇਹ ਵੀਡੀਓ ਆਪਣੇ ਆਪ ਹੀ ਇਸ ਗੱਲ ਦੀ ਸ਼ਾਹਦੀ ਪਰ ਰਹੀ ਹੈ। ਰਾਗਨੀ ਤਿਵਾਰੀ ਨਾਮੀ ਇਹ ਯੂਜ਼ਰ ਜਿਸ ਤਰ੍ਹਾਂ ਜ਼ਹਿਰ ਉਗਲ ਰਹੀ ਹੈ, ਇਹ ਮੁਲਕ ਨੂੰ ਕਿਸ ਪਾਸੇ ਲਿਜਾ ਰਿਹਾ ਹੈ, ਇਹ ਆਪਣੇ ਆਪ ਵਿੱਚ ਹੀ ਵੱਡੇ ਸਵਾਲ ਖੜੇ ਕਰਨ ਵਾਲਾ ਹੈ। ਹੁਣ ਵੇਖਣਾ ਹੈ ਪੁਲਿਸ ਉਸ ਦੇ ਖਿਲਾਫ ਕੋਈ ਕਾਰਵਾਈ ਕਰਦੀ ਹੈ ਜਾਂ ਨਹੀਂ। ਅਜਿਹੇ ਬਿਆਨ ਭੜਕਾਉਣ ਵਾਲੇ ਹਨ, ਹਾਲਾਂਕਿ ਸੋਸ਼ਲ ਮੀਡੀਆ ਤੇ ਲੋਕ ਉਸ ਦੀ ਰੱਜ ਕੇ ਮੁਖਾਲਫਤ ਕਰ ਰਹੇ ਹਨ, ਪਰ ਇਸ ਤਰ੍ਹਾਂ ਦੇ ਬਿਆਨ ਲੋਕਾਂ ਨੂੰ ਭੜਕਾਉਣਗੇ ਤਾਂ ਉਸ ਦੇ ਨਤੀਜੇ ਖਤਰਨਾਕ ਹੋ ਸਕਦੇ ਹਨ। ਇੱਕ ਪਾਸੇ ਖੁਦ ਨੂੰ ਸਨਾਤਨ ਹਿੰਦੂ ਦੱਸਦੀ ਰਾਗਨੀ ਤਿਵਾਰੀ ਜ਼ਹਿਰ ਉਗਲ ਰਹੀ ਹੈ ਤਾਂ ਦੂਜੇ ਪਾਸੇ ਦੇਵਾ ਠਾਕੁਰ ਨੂੰ ਸੁਣੋ ਜੋ ਸਭ ਦੀਆਂ ਅੱਖਾਂ ਖੋਲ ਰਹੀ ਹੈ ਤੇ ਕਿਸਾਨ ਅੰਦੋਲਨ ਅਤੇ ਸਿੱਖ ਕੌਮ ਦੀ ਹਮਾਇਤ ਕਰ ਰਹੀ ਹੈ। मैं आपकी साध्वी देवा ठाकुर, डायरेक्टर देवा इंडिया फाउंडेशन। मैं उन लोगों को खुले शब्दों में 2 बात पूछना चाहती हूँ जो लगातार किसानों को पाकिस्तानी देशद्रोही, खालिस्तानी, देश विरोधी बता रहे हैं। कल तक तो तुम अन्न के दाता, किसान को भगवान बता रहे थे, इतनी जल्दी पाकिस्तानी भी हो गया। और तुम्हारे देश में पाकिस्तानी लोग कर क्या रहे हैं? फिर भारत की सरकार क्या कर रही है? कुछ लोग घर से निकल तो सकते नहीं। नपुंसक किस्म के लोग क्या कह रहे हैं कि ना हम तो देश विरोधी नहीं हो सकते, इसलिए किसान आंदोलन का समर्थन नहीं कर रहे। समर्थन करना सबके बस की बात नहीं है। रजाई से बाहर आने का तो जिक्र है नहीं तुम में, तुम क्या आंदोलन का समर्थन करोगे? और सुनिए, कुछ लोग बचपन से जन्म से लेके अन्न अब तक खा रहे हैं फिर भी वफादार नहीं हुए। तुम उन लोगों से तो कुत्ता अच्छा है, एक दिन की रोटी भी खाता है ना तो वो भी मालिक का वफादार हो जाता है। क्या कहूँ उन लोगों को जो समर्थन की बजाय नपुंसक लोग किसानों पर इस तरह की कटाक्ष करते हैं। भारत सरकार से भी निवेदन करूंगी, देखिए शीत लहरें चल रही हैं, 80-80 साल के बुजुर्ग उस आंदोलन में है। हे नीली छतरी वाले, हाथ जोड़ के प्रार्थना करती हूँ बारिश मत करना, हमारे बुजुर्ग, हमारे भाई और हमारे। ब्यूरो रिपोर्ट सिख न्यूज़ एक्सप्रेस। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।